जी स्वागत है तुहाडा +1 ਕੈਮਿਸਟਰੀ ਦੀ ਇਸ ਅੱਜ ਦੇ ਕਲਾਸ ਵਿੱਚ। ਅੱਜ ਦੀ ਕਲਾਸ ਵਿੱਚ ਅਸੀਂ ਐਟੋਮਿਕ ਮਾਸ ਬਾਰੇ ਪੜਾਂਗੇ। ਹਾਂਜੀ देखते हैं। देखो एटॉमिक मास क्या, एटॉमिक मास इज सिंपली मास ऑफ एन एटम। वैसे की एटॉमिक मास ਅਸੀਂ ਕਿਸੇ ਵੀ ਐਟਮ ਨੂੰ ਮੰਨ ਕੇ ਚੱਲੋ, ਦੇਖੋ ਐਟਮ ਹੁੰਦੇ ਤਾਂ ਬਹੁਤ ਸਮੋਲ ਨੇ, ਮਤਲਬ ਅਸੀਂ ਕਹਿੰਦੇ ਵੀ ਮੈਟਰ ਦਾ ਸਭ ਤੋਂ ਛੋਟੇ ਪਾਰਟ ਨੇ, ਤਾਂ ਜੇ ਮੈਟਰ ਦੇ ਸਭ ਤੋਂ ਛੋਟੇ ਪਾਰਟ ਨੇ ਤਾਂ ਅਸੀਂ ਉਸ ਦਾ ਵੇਟ ਕਿਵੇਂ ਕਰ ਲਾਂਗੇ। ਤਾਂ ਦੇਖੋ ਮਾਸ ਆਫ ਐਨ ਐਟਮ ਕਹਿ ਰਹੇ ਆ ਅਸੀਂ ਲੋਅਰ ਕਲਾਸਿਸ ਦੇ ਵਿੱਚ। ਤੁਸੀਂ ਪਿਛਲੀ ਕਲਾਸ ਵਿੱਚ ਪੜ੍ਹਿਆ ਹੋਣਾ ਵੀ ਐਟੋਮਿਕ ਮਾਸ ਕੀ ਹੈ। ਮੈਂ ਥੋੜ੍ਹਾ ਰਿਵਾਈਜ਼ ਕਰਾ ਰਿਹਾ ਤੁਹਾਨੂੰ। ਜਿਵੇਂ ਦੇਖੋ ਇਹ ਨਿਊਕਲੀਅਸ ਆ, ਲੈਟ ਦਿਸ ਇਜ਼ ਨਿਊਕਲੀਅਸ, ਅਤੇ ਆਹ ਇਹਦਾ ਮੰਨ ਕੇ ਜਿਹੜੀ ਔਰਬਿਟ ਆ ਜਿਹਦੇ ਵਿੱਚ ਇਲੈਕਟ੍ਰੋਨ ਰਿਵੋਲਵ ਕਰ ਰਿਹਾ, ਮੰਨ ਕੇ ਚੱਲੋ। ਲੈਟ ਦਿਸ ਇਜ਼ ਇਲੈਕਟ੍ਰੋਨ, ਅਤੇ ਨਿਊਕਲੀਅਸ ਦੇ ਵਿੱਚ ਕੀ ਕੀ ਹੁੰਦਾ ਸੀ, ਨਿਊਟਰੋਨ ਹੁੰਦੇ ਸੀ ਅਤੇ ਪ੍ਰੋਟੋਨ ਹੁੰਦੇ ਸੀਗੇ। ਅਸੀਂ ਲੋਅਰ ਕਲਾਸਿਸ ਦੇ ਵਿੱਚ ਐਟੋਮਿਕ ਮਾਸ ਕੀ ਕਹਿੰਦੇ ਹੁੰਦੇ ਸੀਗੇ, ਐਟੋਮਿਕ ਮਾਸ ਐਟੋਮਿਕ ਵੇਟ ਕੀ ਹੁੰਦੇ ਸੀਗੇ, ਨੰਬਰ ਆਫ ਪ੍ਰੋਟੋਨ ਮਤਲਬ ਜ਼ੈਡ ਅਤੇ ਨੰਬਰ ਆਫ ਨਿਊਟਰੋਨ। ਅਸੀਂ ਇੱਥੇ ਜ਼ੈਡ ਦੀ ਜਗ੍ਹਾ 'ਤੇ ਮਤਲਬ ਚਾਹੇ ਪ੍ਰੋਟੋਨ ਕਹਿ ਲਈਏ ਚਾਹੇ ਅਸੀਂ ਇਲੈਕਟ੍ਰੋਨ ਕਹਿ ਲਈਏ। ਕਈਆਂ ਬੁੱਕਸ ਦੇ ਵਿੱਚ ਇੱਥੇ ਪ੍ਰੋਟੋਨ ਹੁੰਦਾ, ਕਈਆਂ ਬੁੱਕਸ ਦੇ ਵਿੱਚ ਇੱਥੇ ਮਤਲਬ ਇਲੈਕਟ੍ਰੋਨ ਹੁੰਦਾ, ਕਈਆਂ ਦੇ ਵਿੱਚ ਪ੍ਰੋਟੋਨ ਹੁੰਦਾ। ਤਾਂ ਜ਼ਿਆਦਾਤਰ ਵੈਸੇ ਪ੍ਰੋਟੋਨ ਹੁੰਦਾ, ਤਾਂ ਕਨਫਿਊਜ਼ ਨਹੀਂ ਹੋਣਾ, ਇਹ ਦੋਨੇ ਹੁੰਦੇ ਸੇਮ ਹੀ ਨੇ, ਕਿਉਂਕਿ ਅਸੀਂ ਕਹਿੰਦੇ ਹੁੰਦੇ ਹਾਂ ਵੀ ਐਟਮ ਐਜ਼ ਅ ਹੋਲ ਨਿਊਟਰਲ ਹੁੰਦਾ। ਮਤਲਬ ਕੀ ਆ, ਜਿਹੜਾ ਨਿਊਕਲੀਅਸ ਦਾ ਪੋਜ਼ੀਟਿਵ ਚਾਰਜ ਆ ਉਹ ਪ੍ਰੋਟੋਨ ਪ੍ਰੋਡਿਊਸ ਕਰ ਰਿਹਾ, ਜਾਂ ਲਓ ਪ੍ਰੋਟੋਨ ਕ੍ਰੀਏਟ ਕਰਦਾ, ਅਤੇ ਜੋ ਨੈਗੇਟਿਵ ਚਾਰਜ ਇਲੈਕਟ੍ਰੋਨ ਹੁੰਦੇ ਨੇ, ਤਾਂ ਦੋਨੇ ਬਰਾਬਰ ਹੁੰਦੇ ਨੇ। ਤਾਂ ਇਸ ਕਰਕੇ ਕਹਿੰਦੇ ਹੁੰਦੇ ਆ ਵੀ ਨਿਊਕਲੀਅਸ ਸਾਡੇ ਜੋ ਐਟਮ 'ਤੇ ਕੋਈ ਚਾਰਜ ਨਹੀਂ ਹੁੰਦਾ, ਨਿਊਟਰਲ ਹੁੰਦਾ। ਤਾਂ ਹੀ ਨਿਊਟਰਲ ਹੁੰਦਾ ਵੀ ਜੇ ਨੰਬਰ ਆਫ ਪ੍ਰੋਟੋਨ ਇਜ਼ ਇਕੁਅਲ ਨੰਬਰ ਆਫ ਇਲੈਕਟ੍ਰੋਨ ਹੁੰਦਾ। ਕਲੀਅਰ, ਚਾਹੇ ਇੱਥੇ ਨੰਬਰ ਆਫ ਇਲੈਕਟ੍ਰੋਨ ਕਹਿ ਲਓ ਚਾਹੇ ਇੱਥੇ ਨੰਬਰ ਆਫ ਪ੍ਰੋਟੋਨ ਕਹਿ ਲਓ। ਤਾਂ ਲੋਅਰ ਕਲਾਸਿਸ ਦੇ ਵਿੱਚ ਅਸੀਂ ਪੜ੍ਹਦੇ ਸੀ ਵੀ ਜੋ ਐਟੋਮਿਕ ਮਾਸ ਆ ਉਹ Z+N ਹੁੰਦਾ। ਕਲੀਅਰ। ਅਤੇ ਹੁਣ ਜਿਹੜਾ ਅਸੀਂ ਐਟੋਮਿਕ ਮਾਸ ਮਤਲਬ ਹੁਣ ਦੀ ਅੱਜ ਦੀ ਕਲਾਸ ਦੇ ਵਿੱਚ ਥੋੜ੍ਹੀ ਜਿਹੀ ਅਸੀਂ ਐਕੂਰੇਟਲੀ ਗੱਲ ਕਰਾਂਗੇ ਐਟੋਮਿਕ ਮਾਸ ਬਾਰੇ। ਜਿਵੇਂ ਕਹਿ ਲਓ ਮੋਲ ਕੰਸੈਪਟ। ਮੋਲ ਕੰਸੈਪਟ ਇੱਕ ਮਤਲਬ ਇੱਕ ਤਰ੍ਹਾਂ ਦੀ ਇੱਕ ਡਿਫਰੈਂਟ ਯੂਨਿਟ ਆ ਜਾਊਗੀ, ਅਸੀਂ ਐਟੋਮਿਕ ਵੇਟ ਦੇ ਨਾਲ ਹੀ ਡੀਲ ਕਰਾਂਗੇ। ਆਓ ਇਸ ਨੂੰ ਦੇਖਦੇ ਹਾਂ। ਹਾਂਜੀ, atomic mass of an element is defined as the average relative mass of an atom of an element as compared to the 1/12th mass of the carbon atom। ਕਾਰਬਨ ਦਾ ਅਸੀਂ ਕਿਹੜਾ ਆਈਸੋਟੋਪ ਲੈਤਾ, C612 ਵਾਲਾ, ਮਤਲਬ ਉਹਦੇ ਐਟੋਮਿਕ ਨੰਬਰ 6 ਆ ਅਤੇ ਉਹਦਾ ਐਟੋਮਿਕ ਮਾਸ ਕਿੰਨਾ, 12। ਹਾਂਜੀ ਦੇਖੋ ਪਹਿਲਾਂ ਬੇਸਿਕਲੀ ਗੱਲ ਕਰਦੇ ਹਾਂ ਅਸੀਂ ਯੂਨਿਟ ਦੀ। ਹਾਂਜੀ, ਜਿਹੜੀ ਐਟੋਮਿਕ ਮਾਸ ਆ ਦੇਖੋ ਇਹਨੇ ਕੰਪੇਅਰ ਕੀਤਾ ਹੋਇਆ। ਦੇਖੋ ਅਸੀਂ ਡੈਫੀਨੇਸ਼ਨ ਥੋੜ੍ਹਾ ਜਿਹਾ ਐਲੈਬੋਰੇਟ ਕਰਦੇ ਹਾਂ। ਦੀ ਐਵਰੇਜ ਰਿਲੇਟਿਵ ਮਾਸ। ਦੇਖੋ ਇੱਥੇ ਰਿਲੇਟਿਵ ਦਾ ਮਤਲਬ ਇਹ ਹੁੰਦਾ, ਮੰਨ ਕੇ ਚੱਲੋ 1 ਮੀਟਰ ਦੀ ਗੱਲ ਹੀ ਕਰ ਰਿਹਾ ਮੈਂ। ਮੰਨ ਕੇ ਚੱਲੋ ਮੈਂ 1 ਮੀਟਰ ਦੇ ਵਿੱਚ ਤੁਹਾਨੂੰ ਪਤਾ 100 ਸੈਂਟੀਮੀਟਰ ਹੁੰਦੇ ਨੇ। ਹੁਣ ਜਿਵੇਂ ਕਿਸੇ ਚੀਜ਼ ਦੀ ਮੰਨ ਕੇ ਚੱਲੋ ਮੇਰੇ ਲਈ ਕੋਈ ਕਲੋਥ ਹੀ ਹੈ, ਮੈਂ ਇਹਨੂੰ ਮੇਜਰ ਕਰਨਾ 1 ਮੀਟਰ ਨਾਲ। ਮੰਨ ਕੇ ਚੱਲੋ ਮੇਰੇ ਕਲੋਥ 3 ਮੀਟਰ ਹੋ ਗਿਆ, ਤਾਂ ਦੇਖੋ ਉਹ 1 ਮੀਟਰ ਦਾ ਰਿਲੇਟਿਵ ਹੀ ਹੈ 3 ਮੀਟਰ। ਮਤਲਬ ਸਾਨੂੰ ਇਹ ਤਾਂ ਨਹੀਂ ਪਤਾ ਵੀ 1 ਮੀਟਰ ਕਿੰਨਾ, ਇਹ ਸਾਡੀ ਇੱਕ ਯੂਨਿਟ ਆਪਦੀ ਬਣਾਈ ਹੋਈ ਹੈ, ਕੋਈ ਪੱਕੀ ਨਹੀਂ ਹੈਗੀ ਵੀ ਹਾਂ ਜੀ ਇੰਨਾ ਹੀ ਹੁੰਦਾ, ਸਾਡੀ ਆਪਣੀ ਬਣਾਈ ਹੋਈ ਆ। ਤਾਂ ਜਿੰਨੀਆਂ ਵੀ ਯੂਨਿਟਸ ਨੇ ਸਾਡੇ ਕੋਲ ਉਹ ਸਾਰੀਆਂ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ, ਅਤੇ ਅਸੀਂ ਹਰ ਚੀਜ਼ ਨੂੰ ਇੱਕ ਰਿਲੇਟਿਵ ਮੇਜਰ ਕਰਦੇ ਹੁੰਦੇ ਹਾਂ। ਸੋ ਉਸੇ ਤਰ੍ਹਾਂ ਵਿੱਚ ਇਹ ਹੈ ਐਵਰੇਜ ਰਿਲੇਟਿਵ ਮਾਸ, ਮਤਲਬ ਕਿਸੇ ਦੇ ਨਾਲੋਂ ਕੰਪੇਅਰ ਕਰ ਰਹੇ ਹਾਂ। ਕਿਹਦੇ ਮਾਸ ਨੂੰ, ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਮਤਲਬ ਜਿਹਦਾ ਅਸੀਂ ਐਟੋਮਿਕ ਮਾਸ ਪਤਾ ਕਰਨ ਆਫ ਐਨ ਐਟਮ, ਕਿਹਦਾ ਬੱਚੇ ਐਟਮ ਦਾ, ਐਟਮ ਕਿਹਦਾ ਐਲੀਮੈਂਟ ਦਾ। ਠੀਕ ਹੈ, ਕੰਪੇਅਰ ਕਰਦੇ ਨੇ ਕਰ ਰਹੇ 1/12 1/12 ਮਾਸ ਆਫ ਐਨ ਕਾਰਬਨ ਐਟਮ, ਮਤਲਬ ਕਾਰਬਨ ਐਟਮ ਦੇ ਨਾਲ ਕੰਪੇਅਰ ਕਰ ਰਿਹਾ। ਇੱਥੇ ਜਿੱਥੇ ਮਤਲਬ ਉੱਥੇ ਅਸੀਂ 1 ਮੀਟਰ ਮੰਨਿਆ ਸੀ, ਇੱਥੇ ਸੀਗੀ ਮੰਨਿਆ ਬੱਚੇ ਕਾਰਬਨ, ਅਤੇ ਕਾਰਬਨ ਵੀ ਕਿਹੜਾ, ਉਹਦਾ ਐਟੋਮਿਕ ਮਾਸ ਕਿੰਨਾ, ਐਟੋਮਿਕ ਨੰਬਰ ਕਿੰਨਾ 6, ਐਟੋਮਿਕ ਮਾਸ ਕਿੰਨਾ 12। ਹਾਂਜੀ, ਤਾਂ ਦੇਖੋ ਇੱਕ ਨਵਾਂ ਕ੍ਰਾਈਟੀਰੀਆ ਨਿਕਲ ਕੇ ਆ ਗਿਆ ਐਟੋਮਿਕ ਮਾਸ ਦਾ। ਦੇਖੋ ਅੱਗੇ ਹੋਰ ਆਪਣੇ ਕਲੀਅਰ ਹੋਣਗੇ ਕੰਸੈਪਟ। ਐਟੋਮਿਕ ਮਾਸ ਕਿਹਦੇ ਬਰਾਬਰ ਹੈ ਬੱਚੇ, ਮਾਸ ਆਫ ਐਨ ਐਟਮ। ਸਾਡੇ ਕੋਲ ਜਿੰਨਾ ਵੀ ਮਾਸ ਆ ਜਾਊਗਾ ਮਤਲਬ ਉਹਨੂੰ ਅਸੀਂ ਕਹਾਂਗੇ ਉਹ ਮਾਸ ਅਸੀਂ ਉੱਪਰ ਰੱਖ ਲੈਣਾ ਫਾਰਮੂਲੇ ਦੇ ਵਿੱਚ, ਅਤੇ 1/12th ਮਾਸ ਆਫ ਐਨ ਕਾਰਬਨ ਐਟਮ। ਠੀਕ ਹੈ, ਕਲੀਅਰ। ਤਾਂ ਐਟੋਮਿਕ ਮਾਸ ਕੀ ਆ, ਮਾਸ ਆਫ ਐਨ ਐਟਮ ਜਿਹਦੇ ਅਸੀਂ ਮੇਜਰ ਕਰ ਰਹੇ ਹਾਂ, ਅਤੇ ਉਹਨੂੰ ਅਸੀਂ ਡਿਵਾਈਡ ਕਰ ਦੇਣਾ 1/12 ਮਾਸ ਆਫ ਦੀ ਕਾਰਬਨ ਐਟਮ। ਕਲੀਅਰ। ਹੁਣ ਇੱਕ ਤਰ੍ਹਾਂ ਦੀ ਸਕੇਲ ਬਣ ਗਈ, ਅਸੀਂ ਇੱਕ ਤਰ੍ਹਾਂ ਦਾ ਕ੍ਰਾਈਟੀਰੀਆ ਲੈ ਲਿਆ ਵੀ ਅਸੀਂ ਕਿਹਦੇ ਰਿਲੇਟਿਵ ਦੇ ਕਿਹਦੀ ਰਿਸਪੈਕਟ ਦੇ ਵਿੱਚ ਅਸੀਂ ਆਪਣਾ ਐਟੋਮਿਕ ਮਾਸ ਦੇਖਣਾ। ਹਾਂਜੀ, ਦਿਸ ਸਕੇਲ ਆਫ ਰਿਲੇਟਿਵ ਮਾਸ ਇਜ਼ ਕਾਲਡ ਐਟੋਮਿਕ ਮਾਸ ਯੂਨਿਟ। ਬੱਚੇ ਇਹਨੂੰ ਅਸੀਂ ਐਟੋਮਿਕ ਮਾਸ ਯੂਨਿਟ ਕਹਿੰਦੇ ਹਾਂ, ਇਹਨੂੰ ਅਸੀਂ AMU ਲਿਖ ਦਿੰਦੇ ਹਾਂ ਜਾਂ ਇਕੱਲੀ U ਲਿਖ ਦਿੰਦੇ ਹਾਂ। ਕਲੀਅਰ, ਐਟੋਮਿਕ ਮਾਸ ਯੂਨਿਟ। ਹਾਂਜੀ, ਜਿਹੜਾ C12 ਹੈ ਉਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਸਾਈਨਡ, ਮਤਲਬ ਇਹ ਕਾਰਬਨ ਦਾ ਆਈਸੋਟੋਪ ਹੈ ਇੱਕ, ਜਿਹਦਾ ਐਟੋਮਿਕ ਮਾਸ ਕਿੰਨਾ 12, ਅਤੇ ਇਹ ਐਗਜ਼ੈਕਟਲੀ 12 ਐਟੋਮਿਕ ਮਾਸ ਯੂਨਿਟ ਦੇ ਬਰਾਬਰ ਆ। ਠੀਕ ਹੈ, 12 ਐਟੋਮਿਕ ਮਾਸ ਯੂਨਿਟ ਦੇ
बराबर आ। वन अटोमिक मास, हाँ जी ये डेफिनेशन भी तुहानूं पूछी जा सकती है भी वन अटोमिक मास की होगा। वन अटोमिक मास यूनिट इज़ डिफाइंड एज द क्वांटिटी ऑफ मास इक्वल टू 1/12 ऑफ द मास ऑफ एन एटम ऑफ कार्बन। वैसे क्लीयर आ, क्योंकि असी 1/12 मास नहीं एटोमिक मास यूनिट कहता, बस ये गल याद रखियो, क्योंकि जो कार्बन का मास होंदा वो 12 एटोमिक मास यूनिट होंदा, ते असीं जे 1 एटोमिक मास की गल करिए तो वो उन्ना मास होऊगा भी 1/12वां पार्ट दिखना उस कार्बन एटम का, किहड़े कार्बन एटम का जिहदा एटोमिक मास कितना 12 ते एटोमिक नंबर कितना 6। क्लीयर। तो देखो इस तो बाद आगे बच्चे ग्राम एटोमिक मास, देखो ये क्या, इट इज़ द क्वांटिटी ऑफ एन एलीमेंट हुज मास इन ग्राम। ਉਹਦਾ ਮਾਸ ਅਸੀਂ ਗ੍ਰਾਮ ਦੇ ਵਿੱਚ ਲੈ ਲੈਣਾ, ਕਿਵੇਂ, ਉਹਦਾ ਨਿਊਮੈਰੀਕਲੀ ਇਕੁਅਲ ਟੂ ਹੋਊਗਾ ਐਟੋਮਿਕ ਮਾਸ। ਮੰਨ ਕੇ ਚੱਲੋ ਇਹ ਕਹਿ ਰਹੇ ਨੇ ਵੀ ਅਸੀਂ ਕਿਸੇ ਐਲੀਮੈਂਟ ਦਾ ਗ੍ਰਾਮ ਐਟੋਮਿਕ ਮਾਸ ਦੇਖਣਾ, ਤਾਂ ਤੁਸੀਂ ਕੁਝ ਨਹੀਂ ਕਰਨਾ, ਉਹਦਾ ਐਟੋਮਿਕ ਮਾਸ ਲੈ ਲਓ, ਉਹਦੇ ਨਾਲ ਗ੍ਰਾਮ ਪਾ ਦਿਓ, ਤੁਸੀਂ ਉਹਦਾ ਗ੍ਰਾਮ ਐਟੋਮਿਕ ਮਾਸ ਕੱਢ ਲਓਗੇ। ਕਿਵੇਂ, जिमें एटोमिक मास में कहा ऑक्सीजन का कितना 16 एटोमिक मास यूनिट, जे मैं ग्राम एटोमिक लाना हो तो मैं वो न्यूमेरिकली इक्वल टू कहते बराबर हो जाएगा एटोमिक मास के, तो 16 ग्राम ही हो गया ग्राम एटोमिक मास ऑफ ऑक्सीजन। क्लीयर। एम ही हो गया बच्चे मॉलिक्यूलर मास। हाँ जी, मॉलिक्यूलर मास के एक मॉलिक्यूल नूं एज अ होल पढ़ांगे किवें, दी एवरेज रिलेटिव मास ऑफ इट्स मॉलिक्यूल एज कंपेयर टू द मास ऑफ एन एटम ऑफ कार्बन 12। क्लीयर। तो देखो उत्थे असीं एक एलीमेंट का कंपेयर किया 12, इत्थे असीं उस मॉलिक्यूल नूं कंपेयर कर रहे, जे मन के चलो तो मैं उत्थे ऑक्सीजन का कंपेयर किया, इत्थे मैं H2O का कर लूँगा, पर कंपेयर काहदे नाल करना, कंपेयर मैं कार्बन 12 नहीं करना। क्लीयर। इस तो बाद असीं देखते हैं, हाँ जी बहुत ही ज़्यादा इंपॉर्टेंट टर्म है, तुहाडे बहुत काम होगी। जिवें देखो CO2 आ, असीं इसका मॉलिक्यूलर मास लिखना। क्लीयर। तो देखो एटोमिक किवें लिखांगे, देखो सब तो पहला तो देख लेना भी नंबर ऑफ एटम्स किन्ने, देखो कार्बन आते ऑक्सीजन, कार्बन किन्ने ने 1 आते ऑक्सीजन किन्ने ने 2, O2 का मतलब बच्चे O2 मतलब 2 ऑक्सीजन ने ते 1 कार्बन। तो एटोमिक मास ऑफ कार्बन कल्ले का चाहे 1 लिख लो इत्थे प्लस 2 गुणा, क्योंकि 2 गुणा एटोमिक मास ऑफ ऑक्सीजन, तो कार्बन का कितना 12 ऑक्सीजन का कितना 16, तो टोटल बच्चे मिला के 44U या 44 एटोमिक मास यूनिट आ गया। हाँ जी, इत्थे जे मैं ग्राम मॉलिक्यूलर मास की गल करनी होवे तो जिवें मैं इधर गल कीती सी ग्राम एटोमिक मास की, हाँ जी, तो मैं जे इत्थे ग्राम मॉलिक्यूलर मास की गल करनी होवे तो मैं इनू ही 44 ग्राम लिख दूँगा। ठीक है। तो एटोमिक मास नूं असीं ग्राम दे विच लिख दईए तो वो बच्चे ग्राम मॉलिक्यूलर मास बन जूगा। हाँ जी, इस तो बाद जो अपना कंसैप्ट है बच्चे मोल कंसैप्ट है, बहुत ज़्यादा इंपॉर्टेंट कंसैप्ट आ। हाँ जी, ये बारे तुसीं मतलब कुछ गल्लां तुहानूं माइंड 'च रखनी पैणगीआं ते ओह गल्लां आपां अज करांगे। हाँ जी, देखो की कह रहे हैं, कहते 1 मोल रिप्रजेंट 6.022 इंटू 10⁻23 पार्टिकल। सब तो पहली गल तो है पल्ले बन लो भी 1 मोल दे विच किन्ने नंबर ऑफ पार्टिकल होंदे ने। ये नंबर ऑफ पार्टिकल भी हो सकते हैं, नंबर ऑफ एटम भी हो सकते हैं, नंबर ऑफ आयन भी हो सकते हैं, तो नंबर ऑफ मॉलिक्यूल भी हो सकते हैं। बस जे मैं कहता भी 1 मोल भी 1 मोल दे विच किन्ने पार्टिकल होणगे किसी दे एलीमेंट दे, किसी पार्टिकल दे, किसी एटम दे, किसी आयन दे, तो वो फिक्स होणगे किन्ने होणगे 6.022 इंटू 10⁻23। क्लीयर। द नंबर जिहड़ा यही नंबर इहनूं असीं एवोगैड्रो नंबर कहने हैं, इट इज़ डोनेटेड बाय N। कई बार N लिखते हैं, कई बार N नॉट लिख देंगे, तो इस नंबर का एक नाम बेस स्पैसिफिक की है एवोगैड्रो नंबर। तो इस नंबर नूं असीं एवोगैड्रो नंबर कहने हैं, इट इज़ डोनेटेड बाय N। होर शब्दों में आ मोल इज़ एन एवोगैड्रो नंबर ऑफ पार्टिकल। हाँ असीं कह सकते हैं भी भाई वो एवोगैड्रो नंबर होंगे, एवोगैड्रो नंबर सानूं पता 6.022 इंटू 10⁻23। क्लीयर। हुण देखो इत्थे एलैबोरेट किया थोड़ा जिहा 1 मोल ऑफ हाइड्रोजन मॉलिक्यूल ये भी उन्ने होणगे, 1 मोल ऑफ हाइड्रोजन एटम वो भी उन्ने होणगे, 1 मोल ऑफ सोडियम आयन वो भी उन्ने होणगे। मतलब 1 मोल ऑफ हाइड्रोजन मॉलिक्यूल का मतलब पता कि एन नंबर ऑफ हाइड्रोजन मॉलिक्यूल, मतलब मैं कलैक्टिवली कह रहा 1 मोल, वो एन नंबर ऑफ पार्टिकल एटम मॉलिक्यूल आयन कुछ भी हो सकते हैं। मैं जिसकी गल कर रहा मैं वह मोल लेना। क्लीयर। उस तो बाद मोल की एक डेफिनेशन है, देखो ये बहुत ज़्यादा इंपॉर्टेंट है, शायद ये थोड़ी बुक तो थोड़ी डाइवर्ट हो जाए पर मैं ये अंडरस्टैंड बहुत बुरी तरीके से कराऊँगा। हाँ जी, देखो कहते 1 मोल इज़ द अमाउंट ऑफ सबसटांस। अमाउंट का मतलब भी कुछ हैगा, भी मन के चलो हाथ के मिट्टी ले लो, कुछ भी ले लो, कोई हैगा कुछ। 1 मोल इज़ द अमाउंट ऑफ सबसटांस
ਇਹ ਉਹਨਾਂ ਅਮਾਊਂਟ ਆਫ ਸਬਸਟਾਂਸ ਆ ਕਿੰਨਾ ਵਿਚ ਹੈਜ਼ ਮਾਸ, ਉਹਦਾ ਕੁਝ ਮਾਸ ਆ, ਵਿਚ ਹੈਜ਼ ਮਾਸ ਇਨ ਗ੍ਰਾਮ, ਉਹਦਾ ਮਾਸ ਗ੍ਰਾਮ ਦੇ ਵਿੱਚ ਹੀ ਲੈਣਾ ਹਮੇਸ਼ਾ। ਕਿੰਨਾ ਦੇਖੋ ਦੁਬਾਰੇ ਕਰਦੇ ਹਾਂ, 1 ਮੋਲ ਇਜ਼ ਦੀ ਅਮਾਊਂਟ ਆਫ ਸਬਸਟਾਂਸ, ਉਹ ਕੁਝ ਹੈ ਜਿਹਦਾ ਕੁਝ ਮਾਸ ਆ ਅਤੇ ਉਹ ਗ੍ਰਾਮ ਦੇ ਵਿੱਚ ਲੈਣਾ, ਅਤੇ ਉਹ ਕਿਹਦੇ ਇਕੁਅਲ ਹੋ ਜਾਊਗਾ, ਉਹਦੇ ਅਟੋਮਿਕ ਵੇਟ ਦੇ ਇਕੁਅਲ ਹੋ ਜਾਊਗਾ। ਕਲੀਅਰ ਹੋਇਆ? ਤਾਂ ਕਿਹਦੇ ਇਕੁਅਲ ਹੋ ਜਾਊਗਾ, ਉਹ ਅਟੋਮਿਕ ਵੇਟ ਦੇ ਇਕੁਅਲ ਹੋ ਜਾਊਗਾ। ਥੋੜ੍ਹਾ ਮਤਲਬ ਇਸ ਤੋਂ ਬਾਅਦ ਇਸ ਨੂੰ ਐਗਜ਼ਾਮਪਲਸ ਨਾਲ ਅੰਡਰਸਟੈਂਡ ਕਰਦੇ ਹਾਂ। ਹਾਂਜੀ ਮੈਂ ਨਾਲ ਦੀ ਨਾਲ ਇਹਨੂੰ ਐਲੈਬੋਰੇਟ ਕਰੀ ਜਾਊਗਾ। ਹਾਂਜੀ ਜੇ ਮੈਂ ਬੇਸਿਕਲੀ ਗੱਲ ਕਰਾਂ 1 ਮੋਲ ਆਫ ਆਕਸੀਜਨ ਕਿੰਨਾ ਹੋਣਗੇ, 1 ਮੋਲ ਆਫ ਆਕਸੀਜਨ ਐਟਮ, ਮੈਂ ਕਿਹਾ ਸੀਗਾ ਵੀ 1 ਮੋਲ ਇਜ਼ ਦੀ ਅਮਾਊਂਟ ਆਫ ਸਬਸਟਾਂਸ ਹੂਜ਼ ਵੇਟ ਇਨ ਗ੍ਰਾਮਸ ਇਕੁਅਲ ਟੂ ਇਟਸ ਅਟੋਮਿਕ ਵੇਟ। ਹਾਂਜੀ 1 ਮੋਲ ਆਫ ਆਕਸੀਜਨ ਐਟਮ ਦੀ ਗੱਲ ਕਰਾਂ ਤਾਂ ਆਕਸੀਜਨ ਦਾ ਜੋ ਅਟੋਮਿਕ ਵੇਟ ਆ ਉਹ 16 ਅਤੇ ਉਹਦੇ ਨਾਲ ਮੈਂ ਗ੍ਰਾਮ ਲਾ ਲੈਣਾ, ਤਾਂ 1 ਮੋਲ ਆਫ ਆਕਸੀਜਨ ਐਟਮ ਕਿੰਨੇ ਹੋਣਗੇ 16 ਗ੍ਰਾਮ। ਜੇ ਮੈਂ ਇੱਥੇ ਉਲਟ ਗੱਲ ਕਰਾਂ ਵੀ 1 ਮੋਲ ਆਫ ਆਕਸੀਜਨ ਐਟਮ ਕਿੰਨੇ ਹੋਣਗੇ ਤਾਂ ਨੰਬਰਾਂ ਦੇ ਵਿੱਚ ਮੈਂ ਪਹਿਲਾਂ ਗੱਲ ਕਰ ਚੁੱਕਿਆ। ਇਹ ਦੋ ਗੱਲਾਂ ਕਲੀਅਰ ਹੋਈਆਂ ਤਾਂ 1 ਮੋਲ ਤੁਸੀਂ ਦੋ ਗੱਲਾਂ ਤੱਕ ਸਿੱਖ ਲਈਆਂ ਵੀ ਜਿਵੇਂ ਕਹਿਣਾ ਹੋਵੇ 1 ਮੋਲ ਆਫ ਆਕਸੀਜਨ ਐਟਮ ਕਿੰਨਾ ਕਹਿਣਾ ਹੋਵੇ 16 ਗ੍ਰਾਮ, ਕਿਉਂਕਿ 16 ਕੀ ਹੁੰਦਾ ਤਾਂ ਅਟੋਮਿਕ ਵੇਟ ਹੁੰਦਾ। ਜਿਵੇਂ 1 ਮੋਲ ਆਫ ਆਕਸੀਜਨ ਐਟਮ ਕੰਟੇਨ ਕਹਿਦਾ, ਕੰਟੇਨ ਵੀ 1 ਮੋਲ ਦੇ ਵਿੱਚ ਕਿੰਨੇ ਐਟਮ ਨੇ, ਕਿੰਨੇ ਐਟਮ ਨੇ, ਤਾਂ ਉਹ ਇੰਨੇ ਹੀ ਹੋਣਗੇ ਨੰਬਰ ਆਫ ਐਟਮਸ। ਕਾਹਦੇ ਬਰਾਬਰ ਹੋਣਗੇ ਬੱਚੇ, ਐਵੋਗੈਡਰੋ ਨੰਬਰ ਦੇ। ਕਲੀਅਰ? ਹਾਂਜੀ ਇਸ ਤੋਂ ਬਾਅਦ ਜੋ ਨੈਕਸਟ ਐਗਜ਼ਾਮਪਲ ਆ ਉਹ ਦੇਖੋ ਕੀ ਕਹਿੰਦੀ ਆ। ਹਾਂਜੀ ਕੈਲਕੂਲੇਟ ਦੀ ਮਾਸ ਆਫ 1 ਐਟਮ, ਅਸੀਂ ਇੱਕ ਐਟਮ ਦਾ ਵੇਟ ਪਤਾ ਕਰਨਾ, ਕਾਰਬਨ 14, ਮਤਲਬ ਕਾਰਬਨ ਦਾ ਜੋ ਅਟੋਮਿਕ ਨੰਬਰ ਹੈ, ਅਟੋਮਿਕ ਮਾਸ ਉਹ ਕੀ ਆ 14, ਇਹ ਮਤਲਬ ਹੋਰ ਆਈਸੋਟੋਪ ਉਹਦਾ। ਆਈਸੋਟੋਪ ਕੀ ਹੁੰਦੇ ਨੇ ਬੱਚੇ ਵੀ ਸੇਮ ਅਟੋਮਿਕ ਨੰਬਰ ਡਿਫਰੈਂਟ ਅਟੋਮਿਕ ਮਾਸ। ਇੱਥੇ ਕਾਰਬਨ ਦਾ ਜੋ ਅਸੀਂ ਆਈਸੋਟੋਪ ਲੈ ਕੇ ਚੱਲ ਰਹੇ ਹਾਂ ਉਹਦਾ ਅਟੋਮਿਕ ਮਾਸ ਕਿੰਨਾ 14। ਹਾਂਜੀ ਦੋ ਗੱਲਾਂ ਨਾਲ ਮੈਂ ਗੱਲ ਕਰ ਸਕਦਾ, ਇੱਕ ਤਾਂ ਮੈਂ ਕਹਿ ਸਕਦਾ 1 ਮੋਲ ਆਫ ਕਾਰਬਨ 14 ਕਿੰਨਾ 16 ਗ੍ਰਾਮ, ਇੱਕ ਇੱਥੇ ਗੱਲ ਮੈਂ ਇੱਕ ਹੋਰ ਕਹਿ ਸਕਦਾ, ਇਹ ਤਾਂ ਮੈਂ ਇਹਨਾਂ ਨੂੰ ਉਲਟ ਕਰਕੇ ਲਿਖ ਲਿਆ। ਦੇਖ ਲਓ ਕਿਵੇਂ ਉਲਟ ਕਰਕੇ ਮੈਂ ਲਿਖ ਲਿਆ 14 ਗ੍ਰਾਮ ਆਫ ਕਾਰਬਨ ਐਟਮ 1 ਮੋਲ ਕਹਿ ਸਕਦਾ। ਕਲੀਅਰ? ਹੁਣ ਇੱਥੇ ਮੈਂ ਇੱਕ ਹੋਰ ਗੱਲ ਕਹਿ ਸਕਦਾ 1 ਮੋਲ ਆਫ ਕਾਰਬਨ 14 ਦੇ ਵਿੱਚ ਕਿੰਨੇ ਨੰਬਰ ਆਫ ਐਲੀਮੈਂਟ ਹੋ ਸਕਦੇ ਨੇ, ਇੰਨੇ ਹੋ ਸਕਦੇ ਨੇ, ਅਤੇ ਉਹ ਕਾਹਦੇ ਬਰਾਬਰ ਹੋਣਗੇ 14 ਗ੍ਰਾਮ ਦੇ, ਕਿਉਂਕਿ ਆ ਸਾਰੇ ਦੋਨੇ ਬਰਾਬਰ ਹੀ ਨੇ। ਮੈਂ ਇਹਦੀ ਜਗ੍ਹਾ 'ਤੇ ਮੰਨ ਲਓ ਵੈਲਿਊ ਲਿਖਤੀ ਮੈਂ 1 ਮੋਲ ਆਫ ਦਿਸ, ਇਹਦੇ ਬਰਾਬਰ ਹੋ ਗਿਆ, ਇਹਦੇ ਬਰਾਬਰ ਕਿ ਨੰਬਰ ਆਫ ਮੋਲੀਕਿਊਲਸ ਮੈਂ ਇਹਦੇ ਬਰਾਬਰ ਕਰ ਸਕਦਾ। ਇਹ ਕਿੰਨਾ ਹੋ ਗਿਆ 14 ਗ੍ਰਾਮ। ਕਲੀਅਰ? ਹੁਣ ਮੈਨੂੰ ਇੱਕ ਦੀ ਚਾਹੀਦੀ ਹੈ ਕੈਲਕੂਲੇਟ ਦੀ ਮਾਸ ਆਫ 1 ਐਟਮ। 1 ਐਟਮ ਨੂੰ ਕਰ ਦਿਓ ਗ੍ਰਾਮ, ਇੱਧਰ ਆ ਗਿਆ, ਆਹ ਸਾਰੇ ਨੀਚੇ ਵਗ ਜਾਣਗੇ। ਕਲੀਅਰ? ਤਾਂ ਤੁਸੀਂ ਇਹਨੂੰ ਕੈਲਕੂਲੇਟ ਕਰ ਲੈਣਾ, ਮੈਂ ਲਿਖਦਾ ਨਹੀਂ ਤਾਂ ਆਂਸਰ ਬੱਚੇ ਇੰਨਾ ਆਊਗਾ। ਹਾਂਜੀ ਇਹਦਾ ਆਂਸਰ ਆਊਗਾ ਬੱਚੇ ਇੰਨਾ। ਕਲੀਅਰ? ਤਾਂ ਅਸੀਂ 1 ਮੋਲ ਨੂੰ ਹੀ ਅੱਡ ਭਾਸ਼ਾਵਾਂ ਦੇ ਮਤਲਬ ਅੱਡ ਟਰਮਾਂ ਦੇ ਵਿੱਚ ਅੱਡ ਤਰੀਕੇ ਨਾਲ ਬੱਚੇ ਲਿਖ ਸਕਦੇ ਹਾਂ। ਤਾਂ ਇਸ ਤੋਂ ਰਿਲੇਟਡ ਤੁਸੀਂ ਨਿਊਮੈਰੀਕਲਸ ਕਰਕੇ ਦੇਖਣੇ ਆ। ਆਈ ਹੋਪ ਤੁਹਾਨੂੰ ਇਹ ਕਨਸੈਪਟ ਕਲੀਅਰ ਹੋਇਆ ਹੋਏਗਾ। ਹਾਂਜੀ ਇਸ ਤੋਂ ਬਾਅਦ ਅਸੀਂ ਕੈਮੀਕਲ ਫਾਰਮੂਲੇ ਦੇ ਰਿਲੇਟਡ ਗੱਲ ਕਰਦੇ ਹਾਂ ਬੱਚੇ। ਹਾਂਜੀ ਕੈਮੀਕਲ ਫਾਰਮੂਲਾ 2 ਟਾਈਪਸ ਦਾ ਦੇਖੋ, ਇੱਕ ਹੈਗਾ ਬੱਚੇ ਇੰਪੀਰੀਕਲ ਫਾਰਮੂਲਾ ਅਤੇ ਇੱਕ ਹੈਗਾ ਬੱਚੇ ਕੈਮੀਕਲ ਫਾਰਮੂਲਾ। ਕਲੀਅਰ? ਇੰਪੀਰੀਕਲ ਫਾਰਮੂਲਾ ਪੜ੍ਹਦੇ ਹਾਂ। ਹਾਂਜੀ ਦੀ ਫਾਰਮੂਲਾ ਵਿਚ ਗਿਵਸ ਦੀ ਸਿੰਪਲ ਹੋਲ ਨੰਬਰ ਰੇਸ਼ੀਓ, ਬਸ ਇਸ ਗੱਲ ਤੁਸੀਂ ਧਿਆਨ ਰੱਖਣਾ, ਬਸ ਮੇਨ ਗੱਲ ਸਿੰਪਲ ਹੋਲ ਨੰਬਰ ਰੇਸ਼ੀਓ, ਬਸ ਇਹ ਗੱਲ ਧਿਆਨ ਰੱਖਣੀ ਹੈ। ਆਫ ਦੀ ਐਟਮਸ ਆਫ ਵੇਰੀਅਸ ਐਲੀਮੈਂਟਸ ਪ੍ਰੈਜੈਂਟ ਇਨ 1 ਮੋਲੀਕੂਲ ਇਜ਼ ਕਾਲਡ ਆਫ